हाँ जी बेटा BA1 बेटा इस तो पहला ਆਪਾਂ ਉਦਾਰਵਾਦੀ ਦ੍ਰਿਸ਼ਟੀਕੋਣ ਲਿਬਰਲ ਪਰਸਪੈਕਟਿਵ ਕਿਆ ਕੀਤਾ ਸੀਗਾ ਨਾ ਆਪਾਂ ਉਹਦੇ ਵਿੱਚ ਕੀਤਾ ਸੀਗਾ ਕਿ ਰਾਜ ਸੰਬੰਧੀ ਵਿਚਾਰ ਹੈ ਨਾ ਉਦੋਂ ਆਪਾਂ ਕੀਤਾ ਸੀ ਰਾਜ ਸੰਬੰਧੀ ਵਿਚਾਰ। ਹੁਣ ਆਪਾਂ ਕਰਾਂਗੇ ਰਾਜ ਦੇ ਕਾਰਜਾਂ ਸੰਬੰਧੀ ਉਦਾਰਵਾਦੀ ਵਿਚਾਰ। ਠੀਕ ਹੈ, ਸੇਮ ਡੈਫੀਨੇਸ਼ਨ ਜਿਹੜੀ ਹੈਗੀ ਉਹ ਸੇਮ ਰਹੇਗੀ ਜਿਹੜੀ ਆਪਾਂ ਪਹਿਲਾਂ ਕੀਤੀ ਸੀ ਹੈ ਨਾ। ਨਕਾਰਾਤਮਕ ਉਦਾਰਵਾਦ ਅਤੇ ਸਕਾਰਾਤਮਕ ਉਦਾਰਵਾਦ, ਇਹ ਜਿਹੜਾ ਪਿਛਲੀ ਵਾਰੀ ਮੈਂ ਕਰਵਾਇਆ ਸੀ ਨਾ ਤੁਹਾਨੂੰ, ਇਹ ਸਾਰਾ ਤੁਸੀਂ ਉਹੀ ਲਿਖਣਾ ਆ। ਠੀਕ ਹੈ, ਇਹ ਪੈਦਾ ਉਸ ਤੋਂ ਬਾਅਦ ਹੈ ਬੇਟਾ ਕਿ ਇਹ ਨਕਾਰਾਤਮਕ ਉਦਾਰਵਾਦ ਪੈਦਾ ਕਿਉਂ ਹੋਇਆ। ਨੰਬਰ 1 ਐਬਸੋਲਿਊਟਿਜ਼ਮ ਆਫ ਦੀ ਕਿੰਗਸ, ਕਿ ਬਾਦਸ਼ਾਹ ਦੀ ਨਿਰੰਕੁਸ਼ਤਾ। ਬਾਦਸ਼ਾਹ ਜਿਹੜੇ ਸੀਗੇ ਉਹ ਆਪਣੇ ਕੰਮ ਜਿਹੜੇ ਸੀਗੇ ਜਾਂ ਬਾਦਸ਼ਾਹ ਜਿਹੜੇ ਸੀਗੇ ਉਹ ਤਾਕਤਾਂ ਦਾ ਇਸਤੇਮਾਲ ਗਲਤ ਤਰੀਕੇ ਨਾਲ ਕਰਦੇ ਸੀ, ਪ੍ਰਜਾ ਨੂੰ ਤੰਗ ਕਰਦੇ ਸੀਗੇ। ਸੋ ਇਸ ਕਰਕੇ ਇਸ ਚੀਜ਼ ਦਾ ਬੈਨੀਫਿਟ ਉਹਨਾਂ ਨੇ ਲਿਆ। ਉਸ ਤੋਂ ਬਾਅਦ ਹੈ ਕੁਦਰਤੀ ਅਧਿਕਾਰ ਦੇ ਸਿਧਾਂਤ ਦੀ ਹਰਮਨ ਪਿਆਰਤਾ, ਕਿ ਲੋਕ ਕੁਦਰਤ ਅਧਿਕਾਰ ਜਿਹੜੇ ਲੋਕਾਂ ਨੇ ਕੁਦਰਤ ਨੇ ਦਿੱਤੇ ਸੀ ਉਹਨਾਂ ਨਾਲ ਬਹੁਤ ਪਿਆਰ ਸੀ। ਦੂਜਾ ਸਮਝੌਤਾਵਾਦੀਆਂ ਦਾ ਪ੍ਰਭਾਵ ਪਿਆ, ਕਿ ਜਿਹੜੇ ਸਮਝੌਤਾ ਕਰਦੇ ਸੀ। ਠੀਕ ਹੈ, ਸੋ ਇਸ ਤਰ੍ਹਾਂ ਇਹਦੇ ਵਿੱਚ ਸਿਰਫ ਤੁਸੀਂ 3 ਹੀ ਪੁਆਇੰਟ ਦੇਣੇ ਆ। ਠੀਕ ਹੈ, ਇਹਦੇ ਵਿੱਚ 3 ਹੀ ਪੁਆਇੰਟ ਦੇਣੇ, ਫਸਟ, ਸੈਕਿੰਡ, ਥਰਡ। ਠੀਕ ਹੈ, ਫੋਰਥ ਤੋਂ ਬਾਅਦ ਨਹੀਂ ਕਰਨਾ। ਉਸ ਤੋਂ ਬਾਅਦ ਹੈ ਬੇਟਾ ਕਿ ਇਹਦੇ ਮੁੱਖ ਸਮਰਥਕ ਕੌਣ ਕੌਣ ਸੀਗੇ। ਐਡਮ ਸਮਿਥ, ਸਿਰਫ ਨਾਮ ਲਿਖਣਾ ਹੈ। ਠੀਕ ਹੈ, ਹੋਰ ਕੁਛ ਨਹੀਂ ਕਰਨਾ ਇਹਦੇ ਵਿੱਚ, ਸਿਰਫ ਨਾਮ ਲਿਖਣਾ ਹੈ। ਠੀਕ ਹੈ, ਬੈਂਥਮ ਦੂਸਰਾ ਸਮਰਥਕ। ਠੀਕ ਹੈ, ਅਤੇ ਉਸ ਤੋਂ ਬਾਅਦ ਬੇਟਾ ਇਹ ਹੈ ਕਿ ਫੰਕਸ਼ਨਸ ਕਿਹੜੇ ਕਿਹੜੇ ਨੇ। ਠੀਕ ਹੈ, ਫੰਕਸ਼ਨ ਤੁਸੀਂ ਪਹਿਲਾਂ ਕੀਤੇ ਹੋਏ ਨੇ ਸਟੇਟ ਦੇ। ਠੀਕ ਹੈ, ਉਸ ਤੋਂ ਬਾਅਦ ਹੈ ਇੱਥੋਂ ਤੁਸੀਂ ਸ਼ੁਰੂ ਕਰਨਾ ਹੈ ਕਿ ਨਕਾਰਾਤਮਕ ਉਦਾਰਵਾਦ ਦੇ ਅਨੁਸਾਰ ਰਾਜ ਦੇ ਕੰਮ ਕਿਹੜੇ ਕਿਹੜੇ ਹੋਣੇ ਚਾਹੀਦੇ। ਨਕਾਰਾਤਮਕ ਉਦਾਰਵਾਦ ਇਹ ਕਹਿੰਦਾ ਹੈ ਕਿ ਰਾਜ ਦਾ ਕੰਮ ਸਿਰਫ ਔਰ ਸਿਰਫ, ਤੁਹਾਨੂੰ ਪਤਾ ਹੈ ਨਕਾਰਾਤਮਕ ਉਦਾਰਵਾਦ ਜਾਂ ਜਿਹੜਾ ਹੈਗਾ ਲਿਬਰਲਿਜ਼ਮ ਉਹ ਕਹਿੰਦਾ ਹੈ ਕਿ ਸਟੇਟ ਉਹ ਚੰਗਾ ਹੈ ਜਿਹੜਾ ਘੱਟ ਤੋਂ ਘੱਟ ਸ਼ਾਸਨ ਕਰੇ, ਜਿਹੜਾ ਘੱਟ ਤੋਂ ਘੱਟ ਆਪਣੀ ਪਾਵਰਸ ਨੂੰ ਯੂਜ਼ ਕਰੇ, ਹੈ ਨਾ। ਸੋ ਉਸ ਤੋਂ ਬਾਅਦ ਹੈ ਕਿ ਜਿਹੜੇ ਲਿਬਰਲਿਜ਼ਮ ਹੈ ਉਹ ਇਹ ਕਹਿੰਦੇ ਨੇ ਕਿ ਸਟੇਟ ਉਹੀ ਚੰਗੀ ਹੈ ਜਿਹੜਾ ਵਿਅਕਤੀਆਂ ਦੀ ਰੱਖਿਆ ਕਰੇ, ਬਸ ਪ੍ਰੋਟੈਕਸ਼ਨ ਫਰੋਮ ਦੀ ਐਕਸਟਰਨਲ ਇੰਟਰਫੇਰੈਂਸ, ਕਿ ਬਾਹਰਲੇ ਹਮਲਿਆਂ ਤੋਂ ਵਿਅਕਤੀ ਦੀ ਰੱਖਿਆ ਕਰੇ। ਦੂਸਰਾ ਕਾਨੂੰਨ ਦੀ ਵਿਵਸਥਾ ਜਿਹੜੀ ਹੈਗੀ ਉਹ ਸਟੇਟਸ ਦੇ ਵਿੱਚ ਬਣਾਈ ਰੱਖੇ, ਜੀਵਨ ਔਰ ਸੰਪત્ਤੀ ਦੀ ਰੱਖਿਆ ਕਰੇ, ਦੂਸਰੇ ਦੇਸ਼ਾਂ ਦੇ ਨਾਲ ਇੱਕ ਮਿੱਤਰਤਾਪੂਰਵਕ ਸੰਬੰਧ ਕਾਇਮ ਕਰੇ, ਟੂ ਮੇਨਟੇਨ ਦ ਡਿਪਲੋਮੈਟਿਕ ਰਿਲੇਸ਼ਨਸ਼ਿਪ ਵਿਦ ਦ ਅਦਰ ਕੰਟਰੀਜ਼ ਐਂਡ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ, ਕਿ ਇਹੋ ਜਿਹਾ ਐਟਮੋਸਫੇਅਰ ਬਣਾ ਕੇ ਰੱਖੇ ਜਿਸ ਦੇ ਵਿੱਚ ਵਿਅਕਤੀ ਨੂੰ ਜਿਹੜਾ ਹੈਗਾ ਉਹ ਜੁਡੀਸ਼ਰੀ ਪ੍ਰਾਪਤ ਹੋ ਸਕੇ, ਨਿਆਂ ਪ੍ਰਾਪਤ ਹੋ ਸਕੇ। ਉਸ ਤੋਂ ਬਾਅਦ ਹੈ ਕਰ ਲਗਾਉਣੇ ਅਤੇ ਇਕੱਠੇ ਕਰਨੇ, ਕਿ ਹਾਂ ਉਹ ਸਟੇਟ ਚੰਗੀ ਹੈ ਜਿਹੜੀ ਟੈਕਸ ਲਗਾ ਕੇ ਇਕੱਠਾ ਕਰਦੀ ਹੈ, ਬਟ ਉਹਨਾਂ ਟੈਕਸਿਸ ਨੂੰ ਕਿਸ ਦੇ ਉੱਤੇ ਖਰਚ ਕਰਦੀ ਹੈ, ਵੈਲਫੇਅਰ ਦੇ ਲਈ ਖਰਚ ਕਰਦੀ ਹੈ। ਸੋ ਜਿਹੜੇ ਨੈਗੇਟਿਵ ਜਿਹੜੇ ਲਿਬਰਲਿਜ਼ਮ ਦੇ ਸਪੋਰਟਰਸ ਨੇ ਉਹ ਇਹ ਕਹਿੰਦੇ ਨੇ ਕਿ ਸਟੇਟ ਉਹ ਚੰਗੀ ਹੈ ਜਿਹੜੀ ਇਹ ਵਾਲੇ ਕੰਮ ਕਰੇ, ਹੈ ਨਾ। ਬਟ ਇਸ ਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ ਹੈ। ਸੋ ਕ੍ਰਿਟਿਸਿਜ਼ਮ ਆਫ ਦੀ ਨੈਗੇਟਿਵ ਲਿਬਰਲਿਜ਼ਮ ਮਤਲਬ ਰਾਜ ਇੱਕ ਬੁਰਾਈ ਨਹੀਂ ਹੈ, ਕਿ ਸਟੇਟ ਇਜ਼ ਨਾਟ ਐਨ ਈਵਲ, ਕਿ ਸਟੇਟ ਇੱਕ ਬੁਰਾਈ ਨਹੀਂ ਹੈ। ਸਟੇਟ ਦਾ ਕੰਮ ਸਿਰਫ ਔਰ ਸਿਰਫ ਵਿਅਕਤੀ ਦੇ ਬਾਹਰੀ ਜੀਵਨ ਨਾਲ ਸੰਬੰਧਿਤ ਨਹੀਂ ਹੈ, ਬਲਕਿ ਉਹਦੇ ਅੰਦਰੂਨੀ ਜੀਵਨ ਨਾਲ ਵੀ ਸਟੇਟ ਜਿਹੜੀ ਹੈਗੀ ਹੈ ਉਹ ਸੰਬੰਧਿਤ ਹੈ। ਅਗਰ ਸਟੇਟ ਨਾ ਹੋਵੇ ਤਾਂ ਜਿਹੜਾ ਐਟਮੋਸਫੇਅਰ ਹੈ ਜਾਂ ਜਿਹੜਾ ਆਸੇ ਪਾਸੇ ਦਾ ਸਾਡਾ ਇਨਵਾਇਰਮੈਂਟ ਹੈ ਇਹ ਲਾਈਕ ਜੰਗਲ ਟਾਈਪ ਹੋ ਜਾਏਗਾ। ਠੀਕ ਹੈ, ਜਿੱਥੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੋਣਗੀਆਂ। ਉਸ ਤੋਂ ਬਾਅਦ ਹੈ ਰੋਂਗ ਮੀਨਿੰਗ ਆਫ ਦੀ ਲਿਬਰਟੀ, ਜਿਹੜੇ ਆਪਣੇ ਨੈਗੇਟਿਵ ਲਿਬਰਲਿਜ਼ਮ ਦੇ ਜਿਹੜੇ ਸਪੋਰਟਰਸ ਨੇ ਇਹ ਕਹਿੰਦੇ ਨੇ ਕਿ ਲਿਬਰਟੀ ਦਾ ਮਤਲਬ ਕੀ ਹੈ, ਮੁਕਤ ਰਹਿਣ ਦਿਓ, ਲੈਜ਼ਿਸਫੇਅਰ, ਕੋਈ ਪ੍ਰੋਟੈਕਸ਼ਨ ਨਾ ਦਿਓ, ਕੋਈ ਵੀ ਮਤਲਬ ਕੋਈ ਵੀ ਕਾਨੂੰਨ ਸਾਡੇ ਉੱਤੇ ਨਾ ਥੋਪੋ। ਲੇਕਿਨ ਲਿਬਰਟੀ ਦਾ ਮਤਲਬ ਇਹ ਹੈ ਕਿ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ ਆਪਣੀ ਸੁਤੰਤਰਤਾ ਨੂੰ ਇੰਜੋਏ ਕਰਨਾ। ਉਸ ਤੋਂ ਬਾਅਦ ਰਾਜ ਵਿਅਕਤੀ ਦੀ ਅਨੁਰੂਪਤਾ ਚਿੰਨ੍ਹ ਨਹੀਂ ਹੈ। ਖੁੱਲ੍ਹੇ ਮੁਕਾਬਲੇ ਦਾ ਸਿਧਾਂਤ ਹਾਨੀਕਾਰਕ ਹੈ। ਉਹ ਕਹਿੰਦਾ ਕਿ ਓਪਨ ਹੋਣਾ ਚਾਹੀਦਾ, ਜਿੰਨਾ ਵੀ ਜਿਹੜਾ ਓਪਨ ਖੁੱਲ੍ਹਾ ਮੁਕਾਬਲਾ ਹੋਣਾ ਚਾਹੀਦਾ। ਬਟ ਅਗਰ ਓਪਨ ਕੰਪੀਟੀਸ਼ਨ ਰੱਖਾਂਗੇ ਤਾਂ ਜਿਹੜੇ ਕੈਪੀਟਲਿਸਟ ਨੇ ਉਹ ਲੇਬਰ ਕਲਾਸ ਨੂੰ ਦਬਾ ਲੈਣਗੇ। ਠੀਕ ਹੈ, ਸ਼ਕਤੀਸ਼ਾਲੀ ਨੂੰ ਜਿਉਣ ਦੇ ਅਧਿਕਾਰ ਦਾ ਸਿਧਾਂਤ ਠੀਕ ਨਹੀਂ ਹੈ। ਠੀਕ ਹੈ, ਉਸ ਤੋਂ ਬਾਅਦ ਰਾਜ ਦੀ ਅਯੋਗਤਾ ਦੀ ਦਲੀਲ ਵੀ ਗਲਤ ਹੈ, ਕਿ ਸਟੇਟ ਨੂੰ ਇਹਨਾਂ ਨੇ ਅਨਐਬਿਲਿਟੀ ਕਿਹਾ ਹੈ, ਕਿ ਸਟੇਟ ਇੰਨਾ ਏਬਲ ਨਹੀਂ ਹੈ। ਸੋ ਨੋ, ਵਿਅਕਤੀ ਜਿਹੜਾ ਹੈਗਾ ਆਨੰਦਵਾਦੀ ਹੀ ਨਹੀਂ ਹੈ। ਮੀਨਸ ਜਿਹੜਾ ਵਿਅਕਤੀ ਹੈ ਉਹ ਆਪਣੇ ਜੀਵਨ ਦੇ ਬਾਰੇ, ਕੋਈ ਵਿਅਕਤੀ ਹੈ ਜੋ ਆਪਣੇ ਜੀਵਨ ਬਾਰੇ ਚੰਗਾ ਸੋਚ ਸਕਦਾ, ਲੇਕਿਨ ਹਰ ਵਿਅਕਤੀ ਜਿਹੜਾ ਆਪਣੇ ਬਾਰੇ ਸੱਚਾ ਨਹੀਂ ਹੋ ਸਕਦਾ। ਫੋਰ ਦ ਐਗਜ਼ਾਮਪਲ ਦੈਟ ਹੋ ਸਕਦਾ ਬੇਟਾ ਜੋ ਚੀਜ਼ ਮੇਰੇ ਲਈ ਸਹੀ ਹੋਵੇ, ਹੋ ਸਕਦਾ ਹੈ ਉਹ ਮੇਰੇ ਆਸ-ਪਾਸ ਦੇ ਲੋਕਾਂ ਦੇ ਲਈ ਗਲਤ ਹੋਵੇ। ਠੀਕ ਹੈ, ਇਹ ਸਿਧਾਂਤ ਗਰੀਬਾਂ ਦੇ ਅਧਿਕਾਰਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰਦਾ। ਵਿਅਕਤੀ ਔਰ ਸਮਾਜ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਔਰ ਰਾਜ ਦੇ ਵਿਕਾਸ ਦੇ ਵਿੱਚ ਇਹ ਇੱਕ ਰੁਕਾਵਟ ਹੈ। ਦੇਖੋ ਬੇਟਾ, ਅਗਰ ਕੋਈ ਵੀ ਚੀਜ਼ ਹੈ, ਲਿਬਰਟੀ ਜਿਹੜੀ ਹੈਗੀ ਹੈ, ਨਕਾਰਾਤਮਕ ਸੁਤੰਤਰਤਾ ਦੇ ਅਧਿਕਾਰ ਦੇ ਲੋਕੀ ਕਹਿੰਦੇ ਨੇ, ਜਿਹੜੇ ਨੈਗੇਟਿਵ ਲਿਬਰਲਿਜ਼ਮ ਦੇ ਲੋਕੀ ਕਹਿੰਦੇ ਨੇ, ਇਹ ਕਹਿੰਦੇ ਨੇ ਵਿਅਕਤੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਿਮਿਟੇਸ਼ਨਸ ਨਾ ਰੱਖੋ, ਉਹਨੂੰ ਖੁੱਲ੍ਹਾ ਛੱਡ ਦਿਓ,
ਉਹਨੂੰ ਫ੍ਰੀ ਛੱਡ ਦਿਓ, ਉਹਦੇ ਉੱਤੇ ਕਿਸੇ ਤਰ੍ਹਾਂ ਦੀ ਲਿਮਿਟੇਸ਼ਨਸ ਨਹੀਂ ਹੋਣੀ ਚਾਹੀਦੀ। ਬਟ ਇਹ ਕਹਿੰਦੇ ਨੇ ਕਿ ਸਟੇਟ ਦੀ ਇੰਟਰਫੇਰੈਂਸ ਇੱਕ ਇੰਡੀਵਿਜੂਅਲ ਦੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਸਟੇਟ ਦਾ ਕੰਮ ਕੀ ਹੈ? ਲਾਅ ਬਣਾਉਣੇ। ਸਟੇਟ ਦਾ ਕੰਮ ਕੀ ਹੈ? ਵਿਅਕਤੀ ਦੀ ਬੇਸਿਕਸ ਨੀਡਸ ਨੂੰ ਪੂਰਾ ਕਰਨਾ। ਸਟੇਟ ਦਾ ਕੰਮ ਕੀ ਹੈ ਕਿ ਐਕਸਟਰਨਲ ਅਫੇਅਰਸ ਜੋ ਵੀ ਹੈਗੇ ਨੇ, ਕਿ ਅਗਰ ਕੋਈ ਦੇਸ਼ ਸਾਡੇ ਦੇਸ਼ 'ਤੇ ਹਮਲਾ ਕਰ ਦਿੰਦਾ ਤਾਂ ਉਹ ਤੋਂ ਰੱਖਿਆ ਕਰਨਾ, ਦੂਸਰੇ ਦੇਸ਼ਾਂ ਦੇ ਨਾਲ ਮਿੱਤਰਤਾਪੂਰਵਕ ਸੰਬੰਧ ਕਰਨਾ, ਨਥਿੰਗ ਐਲਸ, ਹੋਰ ਕੁਛ ਨਹੀਂ ਕਰਨਾ। ਬਟ ਦਿਸ ਇਜ਼ ਰੋਂਗ, ਦਿਸ ਇਜ਼ ਰੋਂਗ ਮੀਨਿੰਗ ਆਫ ਦੀ ਲਿਬਰਟੀ, ਕਿ ਲਿਬਰਟੀ ਦਾ ਮਤਲਬ ਇਹ ਨਹੀਂ ਹੈ ਕਿ ਫੁੱਲੀ ਇੰਜੋਏ ਕਰਨਾ ਜਾਂ ਉਸਨੂੰ ਮਤਲਬ ਕਿ ਬਿਲਕੁਲ ਖੁੱਲ੍ਹਾ ਛੱਡ ਦੇਣ ਦੀ ਪ੍ਰਤੀਕਿਰਿਆ ਨਹੀਂ ਹੈ। ਲਿਬਰਟੀ ਦਾ ਮਤਲਬ ਇਹ ਹੈ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ ਆਪਣੇ ਰਾਈਟਸ ਨੂੰ ਇੰਜੋਏ ਕਰਨਾ। ਓਕੇ।